ਹਾਂਜੀ ਸਵਾਗਤ ਹੈ ਜੀ ਸਭ ਦਾ। ਮੈਂ ਹੀਰਾ ਸਿੰਘ ਤੂਤ ਤੁਹਾਡੇ ਸਾਹਮਣੇ ਅੱਜ ਚਰਚਾ ਕਰਾਂਗੇ ਪੰਜਾਬੀ ਵਿਆਕਰਨ ਦੇ ਕੁਛ ਅੰਗਾਂ ਬਾਰੇ। ਨਾਮ, ਪੜ੍ਹਨਾਂਵ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ ਔਰ ਸੰਬੰਧਕ ਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ। ਤਾਂ ਜੋ ਸਾਥੀ ਸ਼ੁਰੂ ਕਰਦੇ ਹਾਂ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਅੱਜ ਅਸੀਂ ਪਹਿਲਾਂ ਗੱਲ ਕਰਾਂਗੇ ਜੀ ਨਾਮ ਦੀ। ਨਾਮ ਹੁੰਦਾ ਕੀ ਹੈਗਾ ਕਿ ਉਹ ਸ਼ਬਦ ਜਿਹੜੇ ਸ਼ਬਦ ਕਿਸੇ ਵਿਅਕਤੀ, ਵਸਤੂ, ਸਥਾਨ ਜਾਂ ਹਾਲਤ, ਗੁਣ, ਭਾਵਾਂ ਦਾ ਬੋਧ ਕਰਾਉਣ। ਜਿਹੜੇ ਸ਼ਬਦ ਕਿਸੇ ਵਿਅਕਤੀ, ਵਸਤੂ, ਸਥਾਨ ਮਤਲਬ ਕਿ ਥਾਂ, ਹਾਲਤ, ਗੁਣ, ਭਾਵਾਂ ਦਾ ਬੋਧ ਕਰਾਉਣ, ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ। ਜਿਵੇਂ ਕਿ ਗੀਤਾ, ਸੋਨਾ, ਜਲੰਧਰ, ਪਹਾੜ, ਖੁਸ਼ੀ ਆਦਿ ਹੈ। ਅਤੇ ਇਹਨਾਂ ਦੀਆਂ ਜਿਹੜੀਆਂ ਕਿਸਮਾਂ ਹੁੰਦੀਆਂ ਉਹ 5 ਹੁੰਦੀਆਂ। ਆਮ ਨਾਮ, ਖਾਸ ਨਾਮ, ਵਸਤੂਵਾਚਕ ਨਾਮ, ਇਕੱਠਵਾਚਕ ਨਾਮ। ਆਮ ਨਾਮ ਨੂੰ ਜਾਤੀਵਾਚਕ ਨਾਮ ਵੀ ਕਿਹਾ ਜਾਂਦਾ, ਕਈ ਵਾਰੀ ਪੁੱਛ ਲੈਂਦੇ ਆ ਐਗਜ਼ਾਮ ਦੇ ਵਿੱਚ। ਔਰ ਖਾਸ ਨਾਮ ਨੂੰ ਕੀ ਕਿਹਾ ਜਾਂਦਾ ਹੈ? ਨਿੱਜਵਾਚਕ ਨਾਮ। ਮਤਲਬ ਇਹਨਾਂ ਦੇ ਦੋ ਨਾਂ ਹੈਗੇ, ਕਈ ਵਾਰੀ ਪੁੱਛ ਲਿਆ ਜਾਂਦਾ ਤਾਂ ਬੰਦਾ ਕਈ ਵਾਰੀ ਭੁਲੇਖਾ ਖਾ ਜਾਂਦਾ। ਆਮ ਨਾਮ ਨੂੰ ਜਾਤੀਵਾਚਕ ਨਾਮ ਵੀ ਕਿਹਾ ਜਾਂਦਾ ਔਰ ਖਾਸ ਨਾਮ ਨੂੰ ਨਿੱਜਵਾਚਕ ਨਾਮ ਵੀ ਕਿਹਾ ਜਾਂਦਾ ਹੈ। ਤਾਂ ਆਮ ਨਾਮ ਦੀ ਗੱਲ ਕਰਦੇ ਅਸੀਂ ਪਹਿਲਾਂ ਕਿ ਆਮ ਨਾਮ ਕੀ ਹੁੰਦਾ। ਜਿਹੜੇ ਸ਼ਬਦ ਕਿਸੇ ਵਸਤੂ, ਚੀਜ਼ ਦਾ, ਸਥਾਨ ਦੀ ਪੂਰੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਾਉਣ, ਉਹਨਾਂ ਨੂੰ ਆਮ ਨਾਮ ਕਿਹਾ ਜਾਂਦਾ ਹੈ। ਜਿਵੇਂ ਪੁਸਤਕ, ਮਨੁੱਖ, ਸ਼ਹਿਰ ਆਦਿ। ਮਤਲਬ ਕਿ ਜਿਹੜੇ ਅਸੀਂ ਆਮ ਹੀ ਰੂਟੀਨ ਦੇ ਵਿੱਚ ਕਾਮਨ ਨਾਂ ਜਿਹੜੇ ਹੈਗੇ ਆ, ਕਾਮਨ ਨਾਉਨ ਵੀ ਕਹਿੰਦੇ ਨੇ ਅੰਗਰੇਜ਼ੀ ਨੂੰ, ਰੋਜ਼ ਵਰਤੋਂ ਵਿੱਚ ਸ਼ਬਦ ਜਿਹੜੇ ਅਸੀਂ ਵਰਤਦੇ ਰਹਿੰਦੇ ਹਾਂ ਤਾਂ ਉਹ ਆਮ ਨਾਮ ਹੁੰਦੇ ਆ। ਖਾਸ ਨਾਮ ਜੋ ਅਸੀਂ ਕਿਸੇ ਖਾਸ ਵਿਅਕਤੀ, ਥਾਂ ਜਾਂ ਸਥਾਨ ਲਈ ਵਰਤਦੇ ਹਾਂ, ਉਸ ਨੂੰ ਅਸੀਂ ਖਾਸ ਨਾਮ ਕਹਿੰਦੇ ਹਾਂ। ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖਾਸ ਨਾਮ ਹੈ। ਅਨੰਦਪੁਰ ਸਾਹਿਬ ਇੱਕ ਥਾਂ ਦਾ ਨਾਮ, ਉਹ ਵੀ ਖਾਸ ਨਾਮ ਹੈਗਾ। ਸਤਲੁਜ, ਬਿਆਸ, ਰਾਵੀ, ਇਹ ਸਾਡੇ ਦਰਿਆ ਹੈਗੇ ਪੰਜਾਬ ਦੇ, ਇਹ ਵੀ ਸਾਡੇ ਖਾਸ ਨਾਮ ਦੇ ਵਿੱਚ ਆ ਜਾਂਦੇ ਆ। ਹੋਰ ਵੀ ਬਹੁਤ ਸਾਰੇ ਜਿਹੜੇ ਖਾਸ ਚੀਜ਼ਾਂ ਹੈਗੀਆਂ ਤਾਂ ਜਿਹੜੇ ਸ਼ਬਦ ਉਹਨਾਂ ਲਈ ਵਰਤੇ ਜਾਂਦੇ ਆ ਉਹ ਖਾਸ ਨਾਮ ਹੁੰਦਾ। ਵਸਤੂਵਾਚਕ ਨਾਮ ਕੀ ਹੈਗਾ ਕਿ ਜਿਹੜੇ ਸ਼ਬਦ ਅਸੀਂ ਉਹਨਾਂ ਵਸਤਾਂ ਲਈ ਵਰਤਦੇ ਹਾਂ ਜਿਹੜੀਆਂ ਤੋਲੀਆਂ ਜਾ ਸਕਦੀਆਂ ਅਤੇ ਮਾਪੀਆਂ ਜਾ ਸਕਦੀਆਂ ਜਾਂ ਮਿਣੀਆਂ ਜਾ ਸਕਦੀਆਂ ਹੈ, ਤਾਂ ਉਹਨਾਂ ਲਈ ਅਸੀਂ ਜਿਹੜੇ ਸ਼ਬਦ ਵਰਤਦੇ ਹਾਂ ਉਹਨੂੰ ਵਸਤੂਵਾਚਕ ਨਾਮ ਕਹਿੰਦੇ ਆ। ਜਿਵੇਂ ਦੇਖੋ ਸੋਨਾ ਤਾਂ ਸੋਨਾ ਨੂੰ ਅਸੀਂ ਜਿਹੜਾ ਹੈਗਾ ਇੱਕ ਧਾਤ ਹੈਗੀ ਹੈ ਸੋਨਾ, ਅਤੇ ਇਹਨੂੰ ਅਸੀਂ ਸੁਨਿਆਰੇ ਤੋਲ ਕੇ, ਚਾਂਦੀ ਨੂੰ ਵੀ ਤੋਲ ਕੇ ਔਰ ਤੇਲ ਨੂੰ ਮਿਣ ਕੇ ਲੀਟਰ ਦੇ ਹੈ ਨਾ, ਕੱਪੜਾ ਗਜ ਨਾਲ, ਸੈਂਟੀਮੀਟਰ ਜਾਂ ਮੀਟਰ ਦੇ ਹਿਸਾਬ ਨਾਲ, ਪੱਗ ਵੀ ਆਦਿ ਨੂੰ ਆਪਾਂ ਮਿਣਦੇ ਹਾਂ। ਜਿਹੜੀਆਂ ਚੀਜ਼ਾਂ ਮਿਣੀਆਂ ਜਾਂਦੀਆਂ ਔਰ ਤੋਲੀਆਂ ਜਾਂਦੀਆਂ ਉਹਨਾਂ ਨੂੰ ਅਸੀਂ ਵਸਤਵਾਚਕ ਉਹਨਾਂ ਲਈ ਜਿਹੜੇ ਸ਼ਬਦ ਅਸੀਂ ਵਰਤਦੇ ਹਾਂ ਉਹ ਵਸਤਵਾਚਕ ਨਾਮ ਹੁੰਦੇ ਆ। ਅੱਗੇ ਅਸੀਂ ਗੱਲ ਕਰਾਂਗੇ ਇਕੱਠਵਾਚਕ ਨਾਮ ਦੀ। ਜਿਹੜੇ ਸ਼ਬਦ ਵਿਅਕਤੀਆਂ ਜਾਂ ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਦਾ ਗਿਆਨ ਕਰਾਉਂਦੇ ਹੋਣ, ਉਹਨਾਂ ਨੂੰ ਇਕੱਠਵਾਚਕ ਨਾਮ ਕਿਹਾ ਜਾਂਦਾ ਹੈ। ਮਤਲਬ ਕਿ ਹੈ ਤਾਂ ਉਹ ਇਕੱਠ ਹੈ, ਕਾਫੀ ਸਮੂਹ ਹੈ, ਚੀਜ਼ਾਂ ਦਾ ਹੋ ਸਕਦਾ, ਵਿਅਕਤੀਆਂ ਦਾ ਹੋ ਸਕਦਾ, ਵਸਤਾਂ ਦਾ ਹੋ ਸਕਦਾ, ਪਰ ਅਸੀਂ ਇਹਨੂੰ ਗਿਣ ਸਕਦੇ ਹੋਈਏ। ਜਿਵੇਂ ਕਿ ਫੌਜ ਹੈ ਤਾਂ ਫੌਜ ਦੀ ਇੱਕ ਟੁਕੜੀ ਜਾ ਰਹੀ ਹੈ ਤਾਂ ਅਸੀਂ ਕਹਾਂਗੇ ਫੌਜ ਜਾ ਰਹੀ ਹੈ, ਪਰ ਅਸੀਂ ਗਿਣ ਵੀ ਸਕਦੇ ਹਾਂ ਨਾ। ਉਹਦੇ ਵਿੱਚ ਇੱਕ ਟੁਕੜੀ ਦੇ ਵਿੱਚ 100 ਵਿਅਕਤੀ ਹੈਗੇ ਆ, ਜਾਂ ਇੱਜੜ ਭੇਡਾਂ ਦਾ ਹੈਗਾ ਤਾਂ ਉਹਦੇ ਵਿੱਚ 50 ਭੇਡਾਂ ਵੀ ਹੋ ਸਕਦੀਆਂ, 100 ਵੀ ਹੋ ਸਕਦੀਆਂ, ਵੀ ਅਸੀਂ ਉਹਨੂੰ ਗਿਣ ਸਕੀਏ ਹੈ ਨਾ। ਸ਼੍ਰੇਣੀ ਕਲਾਸ ਆ ਸਾਡੀ, ਇੱਕ ਕਲਾਸ ਦੇ ਵਿੱਚ 40 ਬੱਚੇ ਵੀ ਹੋ ਸਕਦੇ, 10 ਵੀ ਹੋ ਸਕਦੇ ਆ। ਇਸ ਤਰ੍ਹਾਂ ਇਹਨਾਂ ਲਈ ਜਿਹੜੇ ਅਸੀਂ ਸ਼ਬਦ ਵਰਤਦੇ ਹਾਂ ਉਹਨੂੰ ਕਿਹਾ ਜਾਂਦਾ ਇਕੱਠਵਾਚਕ। ਭਾਵਵਾਚਕ ਨਾਮ ਕਿਸੇ ਗੁਣ, ਭਾਵ ਜਾਂ ਹਾਲਤ ਦਾ ਗਿਆਨ ਹੋਵੇ ਜਿਨ੍ਹਾਂ ਸ਼ਬਦਾਂ ਤੋਂ, ਉਹਨਾਂ ਨੂੰ ਭਾਵਵਾਚਕ ਨਾਮ ਕਿਹਾ ਜਾਂਦਾ। ਜਿਵੇਂ ਖੁਸ਼ੀ, ਗਮੀ, ਸੱਚਾਈ, ਉਦਾਸੀ। ਇਹ ਦੇਖੋ ਇਹਦੇ 'ਚ ਇੱਕ ਇਹ ਗੱਲ ਹੈਗੀ ਹੈ ਵੀ ਜਿਹੜੀ ਚੀਜ਼ ਅਸੀਂ ਮਹਿਸੂਸ ਕਰਦੇ ਹਾਂ ਨਾ, ਕੋਈ ਗੱਲ ਅਸੀਂ ਖੁਸ਼ੀ ਮਹਿਸੂਸ ਕੀਤੀ, ਗਮੀ ਮਹਿਸੂਸ ਕੀਤੀ, ਸੱਚਾਈ, ਉਦਾਸੀ, ਇਹ ਕੋਈ ਚੀਜ਼ਾਂ ਦਿਖਦੀਆਂ ਥੋੜ੍ਹਾ ਹੈਗੀਆਂ, ਇਹਨਾਂ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ। ਮਤਲਬ ਇਹ ਮਹਿਸੂਸ ਹੋਣ ਕਾਰਨ ਹੀ ਇਹਨਾਂ ਨੂੰ ਭਾਵਵਾਚਕ ਨਾਮ ਕਿਹਾ ਜਾਂਦਾ ਹੈ। ਇਹ ਸਾਡੀਆਂ ਜੋ ਸ਼ਬਦ ਵਰਤੇ ਜਾਂਦੇ, ਖੁਸ਼ੀ, ਗਮੀ, ਸੱਚਾਈ, ਇਹ ਭਾਵਨਾਵਾਂ ਨਾਲ ਸੰਬੰਧਿਤ ਸ਼ਬਦ ਹੈਗੇ ਆ, ਇਸ ਲਈ ਇਹਨਾਂ ਨੂੰ ਭਾਵਵਾਚਕ ਨਾਮ ਕਿਹਾ ਜਾਂਦਾ ਹੈ। ਸੋ ਮੈਨੂੰ ਲੱਗਦਾ ਕਿ ਤੁਹਾਨੂੰ ਸਮਝ ਲੱਗ ਗਈ ਹੋਊਗੀ ਆਮ ਨਾਮ ਔਰ ਉਸ ਦੀਆਂ ਕਿਸਮਾਂ ਬਾਰੇ। ਨਾਮ ਦੀਆਂ 5 ਕਿਸਮਾਂ ਹੈਗੀਆਂ: ਆਮ ਨਾਮ, ਜਾਤੀਵਾਚਕ ਨਾਮ, ਖਾਸ ਨਾਮ ਜਾਂ ਨਿੱਜਵਾਚਕ ਨਾਮ, ਵਸਤੂਵਾਚਕ ਨਾਮ, ਇਕੱਠਵਾਚਕ ਨਾਮ ਔਰ ਸਾਡਾ 5ਵਾਂ ਹੈਗਾ ਭਾਵਵਾਚਕ ਨਾਮ। ਅੱਗੇ ਅਸੀਂ ਸ਼ੁਰੂ ਕਰਦੇ ਹਾਂ ਜੀ ਪੜ੍ਹਨਾਂਵ ਬਾਰੇ। ਪੜ੍ਹਨਾਂਵ ਕੀ ਹੁੰਦਾ ਹੈ ਕਿ ਜਿਹੜੇ ਸ਼ਬਦ ਨਾਮ ਦੀ ਥਾਂ ਵਰਤੇ ਜਾਂਦੇ ਆ ਉਹਨੂੰ ਪੜ੍ਹਨਾਂਵ ਕਿਹਾ ਜਾਂਦਾ। ਮੈਂ, ਅਸੀਂ, ਤੁਸੀਂ, ਉਹ। ਇੱਥੇ ਇੱਕ ਤੁਹਾਨੂੰ ਮੈਂ ਉਦਾਹਰਨ ਦੱਸਦਾ ਕਿ ਦੇਖੋ ਅਸੀਂ ਜੇ ਕੋਈ ਲੇਖ ਲਿਖੀਏ ਹੈ ਨਾ,
ਮੰਨ ਲਓ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵੀ ਲਿਖਦੇ ਹਾਂ ਨਾ ਆਪਾਂ, ਲਿਖਦੇ ਹਾਂ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਭੋਜ ਦੀ ਤਲਵੰਡੀ ਵਿਖੇ ਹੋਇਆ ਹੈ, ਨਨਕਾਣਾ ਸਾਹਿਬ। ਫਿਰ ਅਸੀਂ ਕਹਿੰਦੇ ਹਾਂ ਜੀ ਉਹਨਾਂ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਸੀ, ਮਾਤਾ ਦਾ ਨਾਂ ਤ੍ਰਿਪਤਾ ਦੇ ਸੀ। ਅਸੀਂ ਫਿਰ ਉਹਨਾਂ ਹੀ ਵਰਤੀ ਜਾਂਦੇ ਹਾਂ, ਮਤਲਬ ਕਿ ਫਿਰ ਅਸੀਂ ਇਹ ਨਹੀਂ ਕਹਿੰਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦੇ ਪਿਤਾ ਉਹ ਸਨ, ਹੈ ਨਾ। ਫਿਰ ਹਰੇਕ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਥੋੜ੍ਹਾ ਵਰਤਦੇ ਆ। ਫਿਰ ਉਹਨਾਂ ਦੀ ਥਾਂ ਅਸੀਂ ਕੀ ਸ਼ਬਦ ਲੈ ਲਿਆ, ਉਹਨਾਂ ਦੇ ਪਿਤਾ, ਉਹਨਾਂ ਦੀ ਮਾਤਾ, ਉਹਨਾਂ ਨੇ 4 ਉਦਾਸੀਆਂ ਕੀਤੀਆਂ। ਤਾਂ ਇਸ ਜਿਹੜੀ ਉਹਨਾਂ ਹੋ ਗਿਆ, ਉਹ ਨਾਮ ਤਾਂ ਸ਼੍ਰੀ ਗੁਰੂ ਨਾਨਕ ਦੇਵ ਸੀ, ਲੇਕਿਨ ਅਸੀਂ ਉਹਦੀ ਥਾਂ 'ਤੇ ਕੀ ਵਰਤ ਲਿਆ, ਉਹਨਾਂ ਸ਼ਬਦ ਨੂੰ ਵਰਤ ਲਿਆ। ਤਾਂ ਇਸ ਤਰ੍ਹਾਂ ਅਸੀਂ ਜੋ ਨਾਮ ਦੀ ਥਾਂ 'ਤੇ ਕੋਈ ਸ਼ਬਦ ਵਰਤਦੇ ਹਾਂ ਤਾਂ ਉਹ ਉਸ ਨੂੰ ਕਿਹਾ ਜਾਂਦਾ ਪੜਨਾਮ। ਇਹਦੀਆਂ ਅੱਗੇ 6 ਕਿਸਮਾਂ ਹੁੰਦੀਆਂ ਹੈਗੀਆਂ ਪੜਨਾਮ ਦੀਆਂ। ਪੁਰਖਵਾਚਕ ਪੜਨਾਮ, ਨਿੱਜਵਾਚਕ ਪੜਨਾਮ, ਨਿਸ਼ਚੇਵਾਚਕ ਪੜਨਾਮ, ਅਨਿਸ਼ਚੇਵਾਚਕ ਪੜਨਾਮ, ਸੰਬੰਧਵਾਚਕ ਪੜਨਾਮ, ਪ੍ਰਸ਼ਨਵਾਚਕ ਪੜਨਾਮ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪੁਰਖਵਾਚਕ ਪੜਨਾਮ ਦੀ। ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ 'ਤੇ ਵਰਤਦੇ ਹਾਂ ਉਹਨਾਂ ਨੂੰ ਪੁਰਖਵਾਚਕ ਪੜਨਾਮ ਕਿਹਾ ਜਾਂਦਾ ਹੈ। ਜਿਵੇਂ ਮੈਂ, ਤੁਸੀਂ, ਉਹ। ਮੈਂ ਹੁਣ ਆਪਣਾ ਨਾਮ ਥੋੜ੍ਹਾ ਲਵਾਂਗਾ, ਹੈ ਨਾ। ਮੈਂ ਕਹੀ ਜਾਵਾਂ ਵੀ ਮੈਂ ਇੱਕ ਉਦਾਹਰਨ ਦਿੰਦਾ ਤੁਹਾਨੂੰ। ਮੈਂ ਕਹਾਂ ਮੈਂ ਲਿਖਦਾ ਹਾਂ ਅਤੇ ਮੈਂ ਥੋੜ੍ਹਾ ਕਹਾਂਗਾ ਹੀਰਾ ਸਿੰਘ ਲਿਖਦਾ ਹਾਂ, ਤਾਂ ਮੈਂ ਹੀਰਾ ਸਿੰਘ ਦੇ ਨਾਂ 'ਤੇ ਮੈਂ ਸ਼ਬਦ ਵਰਤ ਲਿਆ, ਹੈ ਨਾ। ਜੇ ਮੈਂ ਕਹਾਂ ਕਿ ਹਰਜੋਤ ਸਿੰਘ ਲਿਖ ਰਿਹਾ, ਹੈ ਨਾ, ਉਹਦੇ ਲਈ ਵੀ ਆਪਾਂ ਤੁਸੀਂ ਸ਼ਬਦ ਵਰਤ ਲਿਆ, ਉਹ ਵਰਤ ਲਿਆ। ਜੇ ਤੂੰ ਲਿਖ ਰਿਹਾ ਤਾਂ ਜੇ ਮੈਂ ਕਿਸੇ ਨਾਲ ਗੱਲ ਕਰ ਰਿਹਾ ਤਾਂ ਸਪੋਜ਼ ਕਰੋ ਮੈਂ ਰਾਮ ਸਿੰਘ ਨਾਲ ਗੱਲ ਕਰ ਰਿਹਾ ਤਾਂ ਮੈਂ ਕਹਾਂਗਾ ਤੁਸੀਂ ਲਿਖ ਰਹੇ ਹੋ, ਕਿ ਮੈਂ ਇਹ ਕਹਾਂਗੇ ਰਾਮ ਸਿੰਘ ਲਿਖ ਰਹੇ ਹੋ। ਤਾਂ ਇਸ ਤਰ੍ਹਾਂ ਅਸੀਂ ਉਹਨਾਂ ਦੇ ਮੈਂ, ਤੁਸੀਂ ਜਾਂ ਉਹ ਲਈ ਅਸੀਂ ਜਿਹੜੇ ਸ਼ਬਦ ਵਰਤ ਲੈਂਦੇ ਹਾਂ ਉਹ ਪੜਨਾਮ ਹੁੰਦੇ ਆ, ਅਤੇ ਉਹਨਾਂ ਨੂੰ ਪੁਰਖਵਾਚਕ ਪੜਨਾਮ ਕਿਹਾ ਜਾਂਦਾ। ਇਹ ਜਿਹੜੇ ਪੁਰਖਵਾਚਕ ਪੜਨਾਮ ਦੀਆਂ ਵੀ ਅੱਗੇ 3 ਕਿਸਮਾਂ ਹੈਗੀਆਂ। ਇੱਕ ਹੁੰਦਾ ਉੱਤਮ ਪੁਰਖ, ਮੱਧਮ ਪੁਰਖ ਅਤੇ ਅਨਿਆ ਪੁਰਖ। ਉੱਤਮ ਪੁਰਖ ਨੂੰ ਪਹਿਲਾ ਪੁਰਖ ਵੀ ਕਹਿ ਦਿੰਦੇ ਹਨ, ਫਸਟ ਪਰਸਨ, ਸੈਕਿੰਡ ਪਰਸਨ, ਥਰਡ ਪਰਸਨ ਅੰਗਰੇਜ਼ੀ 'ਚ ਆਪਾਂ ਨੂੰ ਪਤਾ ਪੜ੍ਹੇ ਹੋਣਗੇ ਤੁਸੀਂ। ਤਾਂ ਉੱਤਮ ਪੁਰਖ ਕੀ ਹੈ ਕਿ ਉਹ ਬੰਦਾ ਜਿਹੜਾ ਗੱਲ ਕਰ ਰਿਹਾ ਕਿਸੇ ਨਾਲ, ਹੈ ਨਾ। 2 ਬੰਦੇ ਗੱਲ ਕਰੀ ਜਾਂਦੇ ਆ, ਇੱਕ ਬੰਦਾ ਜਿਹੜਾ ਗੱਲ ਕਰ ਰਿਹਾ, ਦੂਜਾ ਉਹਦੀ ਗੱਲ ਸੁਣ ਰਿਹਾ। ਜਿਹੜਾ ਗੱਲ ਕਰ ਰਿਹਾ ਉਹ ਉੱਤਮ ਪੁਰਖ ਆ। ਮੰਨ ਲਓ ਹੁਣ ਮੈਂ ਤੁਹਾਨੂੰ ਸੰਬੋਧਨ ਹੋ ਕੇ ਸਮਝਾ ਰਿਹਾ ਤਾਂ ਮੈਂ ਇੱਕ ਉੱਤਮ ਪੁਰਖ ਹਾਂ, ਗੱਲ ਤੁਹਾਡੇ ਨਾਲ ਕਰ ਰਿਹਾ। ਔਰ ਮੈਂ ਜਿਸ ਨਾਲ ਗੱਲ ਕਰ ਰਿਹਾ, ਜਿਨ੍ਹਾਂ ਨੂੰ ਮੈਂ ਸੰਬੋਧਨ ਹੋ ਕੇ ਗੱਲ ਕਰ ਰਿਹਾ, ਮੈਂ ਤੁਹਾਡੇ ਨਾਲ ਸੰਬੋਧਨ ਹੋ ਰਿਹਾ। ਤਾਂ ਤੁਸੀਂ ਮੱਧਮ ਪੁਰਖ ਹੋ ਸਾਰੇ ਜਣੇ, ਜੋ ਵੀ ਮੈਨੂੰ ਸੁਣ ਰਹੇ ਆ। ਮੈਂ ਬੋਲ ਰਿਹਾ ਮੈਂ ਉੱਤਮ ਪੁਰਖ ਹਾਂ, ਔਰ ਤੁਸੀਂ ਸੁਣ ਰਹੇ ਆ ਤੁਸੀਂ ਮੱਧਮ ਪੁਰਖ, ਹੈ ਨਾ। ਮੈਂ ਜਿਹੜਾ ਉੱਤਮ ਪੁਰਖ ਦੀ ਜਿਹੜੀ ਹੈਗੀ ਆ ਉਦਾਹਰਨ ਉਹ ਹੈਗੀ ਆ ਮੈਂ, ਮੈਨੂੰ, ਅਸੀਂ, ਸਾਡਾ, ਹੈ ਨਾ, ਸਾਨੂੰ ਆਦਿ। ਔਰ ਜੇ ਮੱਧਮ ਪੁਰਖ ਉਹਦੇ 'ਚ ਤੂੰ, ਤੁਸੀਂ, ਤੇਰਾ, ਤੁਹਾਡਾ, ਤੁਹਾਤੋਂ ਇਹ ਹੋ ਜਾਊਗਾ। ਅਨਿਆ ਪੁਰਖ ਦੇ ਵਿੱਚ ਕੀ ਹੋ ਗਿਆ ਕਿ ਹੁਣ ਇੱਕ ਤਾਂ ਮੈਂ ਗੱਲ ਕਰ ਰਿਹਾ ਅਤੇ ਤੁਸੀਂ ਮੇਰੀ ਗੱਲ ਸੁਣ ਰਹੇ ਹੋ। ਮੈਂ ਉੱਤਮ ਪੁਰਖ ਹਾਂ ਔਰ ਤੁਸੀਂ ਸੁਣਨ ਵਾਲੇ ਮੱਧਮ ਪੁਰਖ ਹਾਂ। ਲੇਕਿਨ ਮੈਂ ਜਿਸ ਬਾਰੇ ਗੱਲ ਕਰ ਰਿਹਾ ਉਹ ਅਨਿਆ ਪੁਰਖ ਹੈ, ਹੈ ਨਾ। ਇੱਥੇ ਤਾਂ ਚਲੋ ਮੈਂ ਤੁਹਾਡੇ ਨਾਲ ਪੜਨਾਮ ਦੀ ਗੱਲ ਕਰ ਰਿਹਾ, ਪਰ ਮੈਂ ਮੰਨ ਲਓ ਮੈਂ ਤੁਹਾਡੇ ਨਾਲ ਗੱਲ ਕਰਨ ਲੱਗ ਗਿਆ, ਕਿਸੇ ਆਦਮੀ ਦੀ ਬਾਰੇ ਦੱਸਣ ਲੱਗ ਗਿਆ। ਮੰਨ ਲਓ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਮੈਂ ਤੁਹਾਡੇ ਨਾਲ ਕੋਈ ਗੱਲਾਂ ਸਾਂਝੀਆਂ ਕਰਨ ਲੱਗਿਆ, ਤਾਂ ਉਹ ਇੱਕ ਅਨਿਆ ਪੁਰਖ ਹੋ ਗਿਆ। ਕੋਈ ਵੀ ਹੋ ਸਕਦਾ ਤੀਜਾ ਬੰਦਾ, ਉਸਨੂੰ ਤੀਜਾ ਪੁਰਖ ਤਾਂ ਲਈ ਕਿਹਾ ਜਾਂਦਾ ਕਿ ਜਿਹਦੇ ਬਾਰੇ ਗੱਲ ਹੋ ਰਹੀ ਆ ਉਹ ਤੀਸਰਾ ਪੁਰਖ ਜਾਂ ਅਨਿਆ ਪੁਰਖ ਹੁੰਦਾ। ਅੱਗੇ ਹੈ ਨਿੱਜਵਾਚਕ ਪੜਨਾਮ। ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ, ਇੱਥੇ ਬੜਾ ਧਿਆਨ ਦਿਓ ਕਿ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ, ਉਸ ਨੂੰ ਨਿੱਜਵਾਚਕ ਪੜਨਾਮ ਕਿਹਾ ਜਾਂਦਾ ਹੈ। ਜਿਵੇਂ ਮੈਂ ਆਪ ਉਸ ਨੂੰ ਸਮਝਾਇਆ। ਦੇਖੋ ਮੈਂ ਦਾ ਜਿਹੜਾ ਹੈਗਾ ਕਰਤਾ ਅਤੇ ਇਹਦੇ ਨਾਲ ਆਪ ਲੱਗ ਗਿਆ, ਹੈ ਨਾ। ਮੈਂ ਆਪ ਉਸ ਨੂੰ ਸਮਝਾਇਆ। ਮੁੰਡੇ ਆਪਸ ਵਿੱਚ ਲੜਦੇ ਹਨ, ਮੁੰਡੇ ਤਾਂ ਕਰਤਾ ਸੀਗੇ ਪਰ ਇਹਦੇ ਨਾਲ ਆ ਕੇ ਕੀ ਲੱਗ ਗਿਆ, ਆਪਸ। ਤਾਂ ਇਹ ਵੀ ਨਿੱਜਵਾਚਕ ਹੈ। ਅਸੀਂ ਆਪ ਆਪਣੇ ਹੱਥੀਂ ਕੰਮ ਕੀਤਾ। ਇਹ ਦੇਖੋ ਮੈਂ, ਮੁੰਡੇ ਅਤੇ ਅਸੀਂ ਤਿੰਨਾਂ ਵਾਕਾਂ ਦੇ ਵਿੱਚ ਜਿਹੜੇ ਇਹ ਕਰਤਾ ਹੈਗੇ ਆ ਔਰ ਇਹਦੇ ਨਾਲ ਜਿਹੜੇ ਆ ਕੇ ਲੱਗੇ ਆਪ, ਆਪਸ ਅਤੇ ਆਪ ਫਿਰ ਲੱਗਿਆ, ਇਹ ਸਾਡੇ ਕੀ ਹੈਗੇ ਆ, ਨਿੱਜਵਾਚਕ ਪੜਨਾਮ। ਨਿਸ਼ਚੇਵਾਚਕ ਪੜਨਾਮ, ਜਿਹੜੇ ਪੜਨਾਮ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ, ਚੀਜ਼ ਭਲਾ ਨੇੜੇ ਆ ਭਾਵੇਂ ਦੂਰ ਆ, ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਦੇ ਨਾਂ ਦੀ ਥਾਂ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਨਿਸ਼ਚੇਵਾਚਕ ਪੜਨਾਮ ਕਿਹਾ ਜਾਂਦਾ ਹੈ। ਉਹ ਕੁਝ ਬਣ ਰਿਹਾ ਹੈ। ਦੇਖੋ ਜੀ ਉਹ ਕੁਛ ਬਣ ਰਿਹਾ ਹੈ, ਮਤਲਬ ਉਹ ਦਿਸ ਰਿਹਾ ਕੁਛ, ਪੱਕਾ ਨਿਸ਼ਚਾ ਵੀ ਉਹ ਕੁਛ ਬਣ ਰਿਹਾ, ਔਰ ਉਹ ਕੁਛ ਨੇੜੇ ਦੂਰ ਆ। ਉਹ ਦੀ ਗੱਲ ਕਰਦਾ ਅਤੇ ਮਤਲਬ ਥੋੜ੍ਹਾ ਦੂਰ ਆ, ਅਤੇ ਉਹ ਕਹਿ ਰਿਹਾ ਵੀ ਉਹ ਕੁਛ ਬਣ ਰਿਹਾ, ਮਤਲਬ ਬਣ ਉੱਥੇ ਜ਼ਰੂਰ ਕੁਛ ਰਿਹਾ।
ਇਹ ਬੜਾ ਹਾਜ਼ਰ ਜਵਾਬ ਹੈ। ਇਹ ਮਤਲਬ ਕੋਈ ਬੰਦਾ ਉਹਦੇ ਨੇੜੇ ਖੜਾ ਹੈ ਨਾ, ਉਹ ਹਰੇਕ ਗੱਲ ਦਾ ਜਵਾਬ ਦਿੰਦਾ, ਤਾਂ ਕਹਿੰਦੇ ਇਹ ਬੜਾ ਹਾਜ਼ਰ ਜਵਾਬ ਹੈ। ਔਰ ਇਹ ਪੱਕੀ ਗੱਲ ਉਹ ਜ਼ੋਰ ਦੇ ਕੇ ਕਹਿੰਦਾ ਵੀ ਇਹ ਬੜਾ ਹਾਜ਼ਰ ਜਵਾਬ ਆ। ਉਹ ਅਤੇ ਇਹ ਜਿਹੜੇ ਨਿਸ਼ਚੇਵਾਚਕ ਹੈ ਪੜ੍ਹਨਾਂਵ ਹੈਗੇ ਆ ਕਿ ਇਹਨੇ 'ਤੇ ਉਹਨੂੰ ਪੂਰੇ ਯਕੀਨ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਉਹ ਨਿਸ਼ਚੇਵਾਚਕ ਪੜ੍ਹਨਾਂਵ ਉਹ ਬਣ ਜਾਂਦੇ ਆ। ਅਨਿਸ਼ਚੇਵਾਚਕ ਜਦੋਂ ਸਾਨੂੰ ਅਸੀਂ ਅੰਦਾਜ਼ਾ ਲਾਉਂਦੇ ਹਾਂ ਨਾ ਕਿਸੇ ਵਿਅਕਤੀ, ਸਥਾਨ, ਵਸਤੂ ਆਦਿ ਦਾ ਸਪਸ਼ਟ ਜਾਂ ਨਿਸ਼ਚੇਪੂਰਵਕ ਗਿਆਨ ਨਾ ਹੋਵੇ, ਪੱਕਾ ਸਾਨੂੰ ਪਤਾ ਨਾ ਹੋਵੇ ਵੀ ਕੋਈ ਹੋ ਕੀ ਰਿਹਾ ਹੈ ਨਾ, ਅਤੇ ਉਹਨੂੰ ਕਿਹਾ ਜਾਂਦਾ ਕੋਈ ਗੀਤ ਗਾ ਰਿਹਾ ਹੈ। ਹੁਣ ਉਹ ਕੋਈ ਗੀਤ ਗਾ ਰਿਹਾ ਹੈ ਪਰ ਸਾਨੂੰ ਇਹ ਨਹੀਂ ਪਤਾ ਵੀ ਗੀਤ ਗਾ ਕੌਣ ਰਿਹਾ ਹੈ। ਜਾਂ ਤਾਂ ਅਸੀਂ ਜੇ ਤਾਂ ਕਹਿ ਦਿੰਦੇ ਨਾ ਰਾਮ ਗੀਤ ਗਾ ਰਿਹਾ ਹੈ, ਫਿਰ ਤਾਂ ਬਣ ਜਾਂਦਾ ਹੈ ਨਿਸ਼ਚੇਵਾਚਕ। ਹੁਣ ਕਹਿੰਦਾ ਕੋਈ ਗੀਤ ਗਾ ਰਿਹਾ ਹੋਵੇ, ਗੀਤ ਤਾਂ ਗਾ ਰਿਹਾ, ਹੁਣ ਇਹ ਨਹੀਂ ਪਤਾ ਵੀ ਗਾ ਕੌਣ ਰਿਹਾ। ਇਸ ਲਈ ਜਿਹੜਾ ਕੋਈ ਹੈਗਾ ਉਹ ਅਨਿਸ਼ਚੇਵਾਚਕ ਪੜ੍ਹਨਾਂਵ ਹੋ ਗਿਆ। ਇੱਥੇ ਕਈ ਆਉਂਦੇ ਹਨ, ਤਾਂ ਦੇਖੋ ਇੱਥੇ ਕਈ ਆਉਂਦੇ ਹਨ, ਮਤਲਬ ਇੱਥੇ ਆਉਂਦੇ ਤਾਂ ਬਹੁਤ ਜਣੇ ਕਈ, ਪਰ ਕਈ ਉਹ ਹੈ ਕੌਣ ਕੌਣ ਆ, ਕਈਆਂ ਦੇ ਵਿੱਚ ਕੀ ਸ਼ਾਮਲ ਹੈਗਾ, ਅਤੇ ਉਹ ਸਾਨੂੰ ਮਤਲਬ ਨਹੀਂ ਗਿਆਨ ਹੈਗਾ। ਅਤੇ ਇਸ ਲਈ ਜਿਹੜੇ ਅਸੀਂ ਸ਼ਬਦ ਕਿਸੇ ਵਿਅਕਤੀ, ਸਥਾਨ, ਵਸਤੂ ਆਦਿ ਉਹਨਾਂ ਬਾਰੇ ਵਰਤਦੇ ਹਾਂ ਜਿਹਦੀ ਸਾਨੂੰ ਸਥਿਤੀ ਕੋਈ ਸਪਸ਼ਟ ਨਹੀਂ ਹੁੰਦੀ, ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਅਨਿਸ਼ਚੇਵਾਚਕ ਪੜ੍ਹਨਾਂਵ। ਅੱਗੇ ਅਸੀਂ ਕਰਾਂਗੇ ਸੰਬੰਧਵਾਚਕ ਪੜ੍ਹਨਾਂਵ। ਜਿਹੜਾ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਅਤੇ ਯੋਜਕਾਂ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ। ਧਿਆਨ ਦਿਓ ਇੱਥੇ ਕਿ ਜਿਹੜਾ ਸ਼ਬਦ ਨਾਮ ਦੀ ਥਾਂ ਤਾਂ ਵਰਤਿਆ ਜਾਊਗਾ ਅਤੇ ਪਰ ਯੋਜਕ ਦੇ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ, ਉਸ ਨੂੰ ਅਸੀਂ ਸੰਬੰਧਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਵੱਸਦੇ ਹਨ। ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਵੱਸਦੇ ਹਨ। ਉਹ ਸ਼ਰਾਬੀ ਜਿਸ ਨੇ ਗੋਲੀਆਂ ਚਲਾਈਆਂ ਸਨ ਫੜਿਆ ਗਿਆ। ਦੇਖੋ ਇਹ 'ਚ ਦੋ ਜਿਹੜੇ ਹੈਗੇ ਵਾਕ ਹੈਗੇ ਸਾਡੇ ਕੋਲ, ਕੋਮੇ ਨੂੰ, ਇੱਕ ਕੋਮੇ ਤੋਂ ਇੱਧਰ ਹੈਗਾ, ਇੱਕ ਕੋਮੇ ਤੋਂ ਅੱਗੇ ਹੈ, ਇੱਕ ਕੋਮੇ ਤੋਂ ਪਿੱਛੇ ਹੈ, ਔਰ ਇਹਨਾਂ ਨੇ ਜੋੜਿਆ ਕਿ ਇਹਨਾਂ ਨੇ ਜੋ ਔਰ ਜਿਸ ਨੇ। ਜੋ ਅਤੇ ਜਿਸ ਨੇ ਜਿਹੜਾ ਹੈਗਾ ਸੰਬੰਧਵਾਚਕ ਪੜ੍ਹਨਾਂਵ ਹਨ। ਇਸ ਦੇ ਵਿੱਚ ਆਪਾਂ ਇਹ ਵੀ ਕਹਿੰਦੇ ਜੋ ਕਰੇਗਾ ਸੋ ਭਰੇਗਾ ਹੈ ਨਾ, ਉਹ ਵੀ ਸੰਬੰਧਵਾਚਕ ਵਿੱਚ ਆ ਜਾਂਦਾ। ਪ੍ਰਸ਼ਨਵਾਚਕ ਪੜ੍ਹਨਾਂਵ ਇੱਥੋਂ ਤਾਂ ਪਤਾ ਲੱਗਦਾ ਹੀ ਹੈ ਵੀ ਜਦੋਂ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਪਰ ਉਹ ਨਾਲ ਹੀ ਉਸ ਵੱਲੋਂ ਕੋਈ ਪੁੱਛ ਗਿੱਛ ਕੀਤੀ ਜਾਵੇ, ਉਸ ਨੂੰ ਪ੍ਰਸ਼ਨਵਾਚਕ ਪੜ੍ਹਨਾਂਵ ਕਿਹਾ ਜਾਂਦਾ। ਜਿਹੜਾ ਸ਼ਬਦ ਨਾਮ ਦੀ ਥਾਂ ਤਾਂ ਵਰਤਿਆ ਜਾਂਦਾ ਉਹ ਤਾਂ ਸਾਨੂੰ ਪਤਾ ਹੀ ਹੈ ਵੀ ਜਿੰਨੇ ਵੀ ਪੜ੍ਹਨਾਂਵ ਹੈਗੇ ਨਾਮ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ਆ, ਪਰ ਨਾਲ ਹੀ ਉਸ ਵੱਲੋਂ ਕੋਈ ਪੁੱਛ ਗਿੱਛ ਕੀਤੀ ਜਾਵੇ ਉਸ ਨੂੰ ਪ੍ਰਸ਼ਨਵਾਚਕ ਪੜ੍ਹਨਾਂਵ ਵੀ ਕਿਹਾ ਜਾਂਦਾ। ਕੌਣ ਸੌਂ ਰਿਹਾ ਹੈ, ਹੁਣ ਕੌਣ ਤਾਂ ਅਸੀਂ ਵਰਤਿਆ ਤਾਂ ਪੜ੍ਹਨਾਂਵ ਦੇ ਤੌਰ 'ਤੇ, ਪਰ ਨਾਲ ਅਸੀਂ ਪ੍ਰਸ਼ਨ ਵੀ ਪੁੱਛੀਏ ਨਾ ਵੀ ਸੌਂ ਕੌਣ ਰਿਹਾ ਹੈ, ਕੌਣ ਹੈ ਜਿਹੜਾ ਸੁੱਤਾ ਪਿਆ। ਗਲਾਸ ਕਿਸ ਨੇ ਤੋੜਿਆ, ਕਿਹੜਾ ਸ਼ੋਰ ਪਾ ਰਿਹਾ ਹੈ, ਤਾਂ ਕੌਣ, ਕਿਸ ਨੇ, ਕਿਹੜਾ ਸ਼ਬਦ ਜਿਹੜੇ ਹੈਗੇ ਆ ਉਹ ਪ੍ਰਸ਼ਨਵਾਚਕ ਪੜ੍ਹਨਾਂਵ ਹੈਗੇ ਆ। ਤਾਂ ਇਸ ਤਰ੍ਹਾਂ ਸਾਡਾ ਇਹ ਪੜ੍ਹਨਾਂਵ ਵਾਲਾ ਜਿਹੜਾ ਹੈਗਾ ਇਹ ਵੀ ਸਾਡਾ ਚੈਪਟਰ ਜਿਹੜਾ ਖਤਮ ਹੋ ਗਿਆ। ਇਹਦੇ ਵਿੱਚ ਬਸ ਯਾਦ ਰੱਖਣੀਆਂ ਦੀਆਂ ਕਿਸਮਾਂ ਕਿੰਨੀਆਂ ਹੈਗੀਆਂ, 6 ਹੈਗੀਆਂ, ਔਰ ਇਹਦੇ 'ਚ ਖਾਸ ਜਿਹੜਾ ਧਿਆਨ ਰੱਖਣਾ ਉਹ ਪੁਰਖਵਾਚਕ ਵਾਲਾ ਹੈਗਾ। ਇਸ ਨੂੰ ਅਸੀਂ ਅੰਗਰੇਜ਼ੀ ਨਾਲ ਕੋਰਿਲੇਟ ਕਰਕੇ ਬਹੁਤ ਵਧੀਆ ਸਮਝ ਸਕਦੇ ਹਾਂ ਨਾ। ਉਹਦੇ 'ਚ ਜਿਵੇਂ ਥਰਡ ਪਰਸਨ ਹੁੰਦੇ ਇਸ ਤਰ੍ਹਾਂ ਹੀ ਪੁਰਖਵਾਚਕ ਦੇ ਵਿੱਚ ਵੀ ਕਈ ਵਾਰੀ ਪੁੱਛ ਲੈਂਦੇ ਆ ਵੀ ਉੱਤਮ ਕਿਹੜਾ, ਮੱਧਮ ਕਿਹੜਾ, ਔਰ ਅਨਿਆ ਕਿਹੜਾ ਹੈਗਾ। ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਵਿਸ਼ੇਸ਼ਣ ਦੀ। ਹਾਂਜੀ, ਜਿਹੜੇ ਸ਼ਬਦ ਕਿਸੇ ਨਾਮ ਜਾਂ ਪੜ੍ਹਨਾਂਵ ਸ਼ਬਦ ਨਾਲ ਉਸਦੀ ਵਿਸ਼ੇਸ਼ਤਾ ਪ੍ਰਗਟ ਕਰਨ ਅਤੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ, ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਸਿੱਧੀ ਜਿਹੀ ਗੱਲ ਹੈ ਕਿ ਜਿਹੜੇ ਸ਼ਬਦ ਆਪਾਂ ਨੂੰ ਵਿਸ਼ੇਸ਼ਤਾ ਦੱਸਣ ਹੈ ਨਾ ਕਿਸੇ ਦੀ ਵਿਅਕਤੀ ਦੀ ਜਾਂ ਕਿਸੇ ਚੀਜ਼ ਦੀ ਜਾਂ ਕਿਸੇ ਥਾਂ ਦੀ, ਤਾਂ ਉਹ ਜਿਹੜੇ ਸ਼ਬਦ ਹੁੰਦੇ ਆ ਉਹ ਕੀ ਹੁੰਦੇ ਹੈਗੇ ਆ, ਵਿਸ਼ੇਸ਼ਣ। ਅਤੇ ਵਿਸ਼ੇਸ਼ਣ ਦੀਆਂ ਜਿਸ ਉਦਾਹਰਨ ਦਿੱਤੀ ਹੈ, ਸ਼ਾਲਿਨੀ ਬੁੱਧੀਮਾਨ ਹੈ। ਜਿਹੜੀ ਬੁੱਧੀਮਾਨ ਹੈ ਉਹਦੀ ਸ਼ਾਲਿਨੀ ਦੀ ਵਿਸ਼ੇਸ਼ਤਾ ਹੈ ਨਾ। ਗੀਤਾ ਸਿਆਣੀ ਕੁੜੀ ਹੈ, ਤਾਂ ਜਿਹੜੀ ਸਿਆਣੀ ਹੈਗੀ ਹੈ ਸਿਆਣੀ ਕੁੜੀ ਮਤਲਬ ਸਿਆਣੀ ਸ਼ਬਦ ਆ ਉਹ ਗੀਤਾ ਦੀ ਜਿਹੜੀ ਹੈਗੀ ਦੱਸਦੀ ਹੈ ਵਿਸ਼ੇਸ਼ਤਾ। ਮੁੰਡਾ ਉੱਦਮੀ ਹੈ, ਤਾਂ ਉੱਦਮੀ ਵੀ ਇੱਕ ਵਿਸ਼ੇਸ਼ਤਾ ਹੈਗੀ ਆ। ਇਸ ਤਰ੍ਹਾਂ ਇਹਨਾਂ ਵਾਕਾਂ ਵਿੱਚ ਬੁੱਧੀਮਾਨ, ਸਿਆਣੀ ਅਤੇ ਉੱਦਮੀ ਜਿਹੜੇ ਇਹ ਸ਼ਬਦ ਹੈਗੇ ਆ ਉਹ ਵਿਸ਼ੇਸ਼ਣ ਆ। ਵਿਸ਼ੇਸ਼ਣ ਦੇ ਭੇਦ 5 ਤਰ੍ਹਾਂ ਦੇ ਹੁੰਦੇ ਆ। ਕਹਿੰਦੇ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ, ਨਿਸ਼ਚੇਵਾਚਕ ਵਿਸ਼ੇਸ਼ਣ ਅਤੇ ਪੜ੍ਹਨਾਂਵੀ ਵਿਸ਼ੇਸ਼ਣ। ਪਹਿਲਾਂ ਅਸੀਂ ਗੱਲ ਕਰਾਂਗੇ ਗੁਣਵਾਚਕ ਵਿਸ਼ੇਸ਼ਣ ਦੀ ਹੈ ਨਾ। ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜ੍ਹਨਾਂਵ ਸ਼ਬਦ ਦੇ ਗੁਣ ਔਗਣ ਆਦਿ ਪ੍ਰਗਟ ਕਰੇ ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਪਤਲੀ ਕੁੜੀ, ਸੁੰਦਰ ਦ੍ਰਿਸ਼, ਉੱਚੀ ਪਦਵੀ,
ਇਹਨਾਂ ਦੇ ਵਿੱਚ ਦੇਖੋ ਪਤਲੀ, ਸੁੰਦਰ ਅਤੇ ਉੱਚੀ ਜਿਹੜੇ ਸ਼ਬਦ ਹੈਗੇ ਉਹ ਗੁਣਵਾਚਕ ਵਿਸ਼ੇਸ਼ਣ ਆ। ਕੁੜੀ ਪਤਲੀ, ਕੁੜੀ ਜਿਹੜੀ ਪਤਲੀ ਸ਼ਬਦ ਆ ਉਹ ਕੁੜੀ ਦੀ ਵਿਸ਼ੇਸ਼ਤਾ ਦੱਸਦੇ ਵੀ ਕੁੜੀ ਪਤਲੀ ਹੈ ਜਾਂ ਮੋਟੀ ਹੈ, ਹੈ ਨਾ। ਦ੍ਰਿਸ਼ ਸੁੰਦਰ ਵੀ ਹੋ ਸਕਦਾ, ਭੈੜਾ ਵੀ ਹੋ ਸਕਦਾ ਹੈ, ਪਦਵੀ ਉੱਚੀ ਨੀਵੀਂ ਹੋ ਸਕਦੀ ਹੈ। ਤਾਂ ਪਦਵੀ ਦੀ ਵਿਸ਼ੇਸ਼ਤਾ ਉੱਚੀ ਹੋਣਾ, ਹੈ ਨਾ। ਦ੍ਰਿਸ਼ ਦਾ ਸੁੰਦਰ ਹੋਣਾ, ਕੁੜੀ ਦਾ ਪਤਲੀ ਜਾਂ ਮੋਟੀ ਹੋਣਾ, ਇਹ ਸਾਰੇ ਉਹਦੇ ਗੁਣ ਔਗਣ ਕਿਹਦੇ ਦੱਸੇ? ਨਾਮ ਜਾਂ ਪੜਨਾਮ ਸ਼ਬਦ ਦੇ ਗੁਣ ਔਗਣ ਦੱਸੇ ਜਦੋਂ, ਉਹਨੂੰ ਕਹਿੰਦੇ ਗੁਣਵਾਚਕ ਵਿਸ਼ੇਸ਼ਣ। ਸੰਖਿਆਵਾਚਕ ਵਿਸ਼ੇਸ਼ਣ ਇਹ ਤਾਂ ਸਪਸ਼ਟ ਹੀ ਹੈ ਕਿ ਨਾਮ ਜਾਂ ਪੜਨਾਮ ਦੀ ਸੰਖਿਆ, ਭਾਰ। ਸੰਖਿਆ ਤੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਸੰਖਿਆ, ਭਾਰ, ਗਿਣਤੀ ਦਾ ਗਿਆਨ ਹੋਵੇ, ਉਸ ਨੂੰ ਸੰਖਿਆ ਵਿਸ਼ੇਸ਼ਣ ਕਿਹਾ ਜਾਂਦਾ। ਸੀਤਾ ਕੋਲ 7 ਕਿਤਾਬਾਂ, ਤਾਂ 7 ਕਿਤਾਬਾਂ, 7 ਅਸੀਂ ਗਿਣ ਸਕਦੇ ਹਾਂ ਨਾ। ਮੈਂ 7ਵੇਂ ਨੰਬਰ 'ਤੇ ਹਾਂ, ਇਹ ਕਮੀਜ਼ ਦਾ ਮੁੱਲ 50 ਰੁਪਏ ਹੈ। ਅਤੇ ਉਪਰੋਕਤ ਵਾਕਾਂ ਵਿੱਚ 7, 7ਵਾਂ ਅਤੇ 50 ਇਹ ਸੰਖਿਆਵਾਚਕ ਵਿਸ਼ੇਸ਼ਣ ਹੈ। ਠੀਕ ਹੈ, ਇਹਦਾ ਸੰਬੰਧ ਮਤਲਬ ਨਿਊਮੈਰੀਕਲ ਨਾਲ ਹੈਗਾ। ਪ੍ਰਮਾਣਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਤੋਂ ਨਾਮ ਜਾਂ ਪੜਨਾਮ ਦੀ ਮਿਣਤੀ, ਮਾਪ ਜਾਂ ਤੋਲ ਦਾ ਗਿਆਨ ਹੋਵੇ, ਉਸ ਨੂੰ ਪਰਿਮਾਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ। ਦੀਨਾਨਾਥ ਕੋਲ ਬਹੁਤ ਧਨ ਹੈ, ਰਾਮ ਦਾ ਥੋੜ੍ਹਾ ਕੰਮ ਬਾਕੀ ਹੈ, ਅਸੀਂ ਕਾਫੀ ਕੰਮ ਮੁਕਾ ਲਿਆ ਹੈ। ਤਾਂ ਇਹਦੇ ਵਾਕਾਂ ਵਿੱਚ ਬਹੁਤ, ਥੋੜ੍ਹਾ, ਕਾਫੀ ਜਿਹੜਾ ਹੈਗਾ ਪ੍ਰਮਾਣਵਾਚਕ ਵਿਸ਼ੇਸ਼ਣ ਦੀਆਂ ਉਦਾਹਰਨਾਂ। ਨਿਸ਼ਚੇਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਵੱਲ ਨਿਸ਼ਚੇ ਪੂਰਵਕ ਸੰਕੇਤ ਕਰੇ ਅਤੇ ਉਸ ਨੂੰ ਆਮ ਤੋਂ ਵਿਸ਼ੇਸ਼ ਬਣਾਏ, ਉਸ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਿਹਾ ਜਾਂਦਾ। ਜਿਵੇਂ ਇਹ ਕੁੜੀ ਕਿੰਨੀ ਸਮਝਦਾਰ ਹੈ, ਉਹ ਫੁੱਲ ਕਿੰਨਾ ਸੋਹਣਾ ਹੈ। ਉਪਰੋਕਤ ਵਾਕਾਂ ਵਿੱਚ ਇਹ ਅਤੇ ਉਹ ਨਿਸ਼ਚੇਵਾਚਕ ਵਿਸ਼ੇਸ਼ਣ ਹਨ। ਇਸ ਤਰ੍ਹਾਂ ਅੱਗੇ ਅਸੀਂ ਗੱਲ ਕਰਾਂਗੇ ਪੜਨਾਮੀ ਵਿਸ਼ੇਸ਼ਣ ਦੀ। ਜਿਹੜਾ ਸ਼ਬਦ ਪੜਨਾਮ ਹੋਵੇ ਪਰ ਨਾਮ ਸ਼ਬਦ ਨਾਲ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੇ, ਉਸ ਨੂੰ ਪੜਨਾਮੀ ਵਿਸ਼ੇਸ਼ਣ ਕਿਹਾ ਜਾਂਦਾ ਹੈ। ਦੇਖੋ, ਜਿਹੜਾ ਸ਼ਬਦ ਪੜਨਾਮ ਹੋਵੇ ਅਤੇ ਨਾਮ ਸ਼ਬਦ ਨਾਲ ਲੱਗ ਕੇ, ਦੇਖੋ ਆਹ ਉਦਾਹਰਨ ਦੇਖੋ ਦਿੱਤੀ ਹੋਈ ਆ। ਜਿਸ ਆਦਮੀ ਨੇ ਗਲਤੀ ਕੀਤੀ ਸੀ ਉਹ ਮੰਨ ਗਿਆ ਹੈ। ਜਿਸ ਆਦਮੀ ਨੇ ਗਲਤੀ ਕੀਤੀ ਸੀ ਉਹ ਮੰਨ ਗਿਆ ਹੈ, ਤਾਂ ਆਦਮੀ ਤਾਂ ਨਾਮ ਸੀਗਾ, ਇਹਦੇ ਮੂਹਰੇ ਜਿਹੜਾ ਸਾਡਾ ਜਿਸ ਸ਼ਬਦ ਲੱਗਿਆ ਹੋਇਆ, ਇਹ ਕੀ ਹੈਗਾ? ਪੜਨਾਮੀ ਵਿਸ਼ੇਸ਼ਣ, ਹੈ ਨਾ। ਜਿਸ ਪਰ ਲੱਗਿਆ ਇਹ ਕਿਹਦੇ ਮੂਹਰੇ ਲੱਗਿਆ ਹੋਇਆ? ਨਾਮ ਦੇ। ਨਾਮ ਸ਼ਬਦ ਦੇ ਨਾਲ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੇ, ਕੰਮ ਇਹ ਵਿਸ਼ੇਸ਼ਣ ਦਾ ਕਰ ਰਿਹਾ। ਮੇਰੀ ਕਿਤਾਬ ਕਿਸ ਕੋਲ ਹੈ? ਤਾਂ ਕਿਤਾਬ ਤਾਂ ਨਾਮ ਆ, ਔਰ ਇਹਦੇ ਨਾਲ ਲੱਗ ਕੇ ਮੇਰੀ ਜਦੋਂ ਵਿਸ਼ੇਸ਼ਣ ਲੱਗ ਗਿਆ ਤਾਂ ਇਹ ਕੀ ਬਣ ਗਿਆ? ਪੜਨਾਮੀ ਵਿਸ਼ੇਸ਼ਣ। ਤਾਂ ਉਪਰੋਕਤ ਵਾਕਾਂ ਵਿੱਚ ਜਿਸ ਅਤੇ ਮੇਰੀ ਜਿਹੜੇ ਹੈਗੇ ਆ ਸ਼ਬਦ ਜਿਹੜੇ ਪੜਨਾਮੀ ਵਿਸ਼ੇਸ਼ਣ ਹੈਗੇ ਆ। ਅੱਗੇ ਅਸੀਂ ਗੱਲ ਕਰਾਂਗੇ ਜੀ ਕਿਰਿਆ ਵਿਸ਼ੇਸ਼ਣ। ਅੱਗੇ ਅਸੀਂ ਪਿਛਲੇ ਲੈਕਚਰ ਵਿੱਚ ਅਸੀਂ ਦੇਖਿਆ ਸੀਗਾ ਕਿ ਕਿਰਿਆ ਬਾਰੇ ਪੜ੍ਹਿਆ ਸੀ ਨਾ। ਕਿਸੇ ਕਿਰਿਆ ਕੰਮ ਦਾ ਹੋਣਾ, ਹੈ ਨਾ, ਸਮਾਂ, ਸਥਾਨ ਅਤੇ ਢੰਗ ਆਦਿ ਜਿੱਥੋਂ ਸਾਨੂੰ ਪਤਾ ਲੱਗਾ ਵੀ ਕੰਮ ਹੋ ਰਿਹਾ, ਉਹ ਕਿਰਿਆ ਹੁੰਦੀ ਹੈ ਨਾ। ਅਤੇ ਪਰ ਉਹ ਕੰਮ ਕਿਹੜੇ ਢੰਗ ਤਰੀਕੇ ਨਾਲ ਹੋ ਰਿਹਾ, ਤਾਂ ਉਹ ਕਿਰਿਆ ਵਿਸ਼ੇਸ਼ਣ ਬਣ ਜਾਂਦਾ। ਜਿਹੜਾ ਸ਼ਬਦ ਕਿਰਿਆ ਦੇ ਹੋਣ ਦਾ ਸਮਾਂ, ਸਥਾਨ, ਕਾਰਨ, ਢੰਗ, ਤਰੀਕਾ ਦੱਸੇ, ਉਸ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ। ਕਿਰਿਆ, ਕੰਮ, ਵਿਸ਼ੇਸ਼ਣ, ਵਿਸ਼ੇਸ਼ਤਾ ਅਤੇ ਕੰਮ ਦੀ ਵਿਸ਼ੇਸ਼ਤਾ। ਦੇਖੋ, ਰਾਜੂ ਨੇ ਬੂਹਾ ਖੋਲ੍ਹਿਆ, ਪਰ ਇਹਦਾ ਢੰਗ ਦੇਖੋ, ਰਾਜੂ ਨੇ ਹੌਲੀ ਜਿਹੀ ਬੂਹਾ ਖੋਲ੍ਹਿਆ। ਤਾਂ ਤਰੀਕਾ ਦੱਸਿਆ ਵੀ ਬੂਹਾ ਤਾਂ ਖੋਲ੍ਹਿਆ, ਪਰ ਇਹ ਪਹਿਲੇ 'ਚ ਦੱਸਿਆ ਬੂਹਾ ਖੋਲ੍ਹਿਆ, ਦੂਜੇ 'ਚ ਦੱਸਿਆ ਹੌਲੀ ਜਿਹੇ ਬੂਹਾ ਖੋਲ੍ਹਿਆ। ਮਤਲਬ ਕਿ ਹੌਲੀ ਜਿਹੇ ਬੂਹਾ ਖੋਲ੍ਹਣ, ਇਹ ਕਿਰਿਆ ਦੀ ਕੀ ਹੋ ਗਈ? ਵਿਸ਼ੇਸ਼ਤਾ। ਇੱਧਰਲੀ ਅਸੀਂ 2 ਨੰਬਰ ਵਾਲੀ ਉਦਾਹਰਨਾਂ ਹੀ ਪੜ੍ਹਦੇ ਹਾਂ। ਉਹ ਕਮਰੇ ਵਿੱਚ ਕਾਹਲੀ ਨਾਲ ਗਿਆ, ਅਤੇ ਜੇ ਇੱਧਰਲੇ ਪਾਸੇ ਉਦਾਹਰਨ 'ਤੇ ਉਹ ਕਮਰੇ ਵਿੱਚ ਗਿਆ, ਹੈ ਨਾ, ਉਹ ਇੱਕ ਸਧਾਰਨ ਕਿਰਿਆ। ਇੱਧਰ ਆ ਕੇ ਉਹ ਕਮਰੇ ਵਿੱਚ ਕਾਹਲੀ ਨਾਲ ਗਿਆ, ਉਹ ਕਾਹਲੀ ਨਾਲ, ਹੈ ਨਾ, ਕਾਹਲੀ ਨਾਲ। ਇਹ ਵਿਸ਼ੇਸ਼ਣ ਜਿਹੜੀ ਕੀ ਹੋ ਗਿਆ? ਇਹ ਕਿਰਿਆ ਵਿਸ਼ੇਸ਼ਣ ਦੀਆਂ ਉਦਾਹਰਨਾਂ ਹੈਗੀਆਂ। ਵੀ ਉਹ ਸੀਤਾ ਬਹੁਤ ਸੁਰੀਲਾ ਗਾਉਂਦੀ ਹੈ ਨਾ। ਗਾਉਂਦੀ ਤਾਂ ਉਹਦੀ ਇੱਕ ਆਮ ਕਿਰਿਆ ਹੋਣੀ ਸੀ, ਪਰ ਉਹ ਬਹੁਤ ਸੁਰੀਲਾ ਗਾਉਂਦੀ ਹੈ। ਇਸ ਨਾਲ ਕੀ ਹੈਗਾ? ਸੁਰੀਲਾ ਉਹਦਾ ਗੁਣ ਹੈਗਾ। ਤਰਸੇਮ ਸਕੂਲ ਤੋਂ ਆਇਆ, ਤਰਸੇਮ ਸਕੂਲ ਤੋਂ ਹੁਣੇ ਆਇਆ ਹੈ। ਹੁਣੇ ਕੀ ਹੈਗਾ? ਉਹਦੀ ਵਿਸ਼ੇਸ਼ਤਾ ਦੱਸਦੀ ਪਈ ਹੈ। ਉਪਰੋਕਤ ਦੋਹਾਂ ਕਿਸਮਾਂ ਦੇ ਵਾਕਾਂ ਵਿੱਚ ਕਾਫੀ ਭਿੰਨਤਾ ਹੈ। ਪਹਿਲੀ ਕਿਸਮ ਦੇ ਵਾਕਾਂ ਵਿੱਚ ਸਧਾਰਨ ਕਿਰਿਆ ਵਾਪਰਦੀ ਹੈ, ਅਤੇ ਦੂਜੇ ਕਿਸਮ ਦੇ ਵਾਕਾਂ ਵਿੱਚ ਹੌਲੀ, ਕਾਹਲੀ, ਸੁਰੀਲਾ ਆਦਿ, ਹੁਣੇ ਆਦਿ ਸ਼ਬਦਾਂ ਦੇ ਲੱਗ ਜਾਣ ਨਾਲ ਕਿਰਿਆ ਸਧਾਰਨ ਤੋਂ ਵਿਸ਼ੇਸ਼ ਬਣ ਗਈ ਹੈ। ਇਸ ਲਈ ਇਹ ਸ਼ਬਦ ਕਿਰਿਆ ਵਿਸ਼ੇਸ਼ਣ ਹਨ। ਅੱਗੇ ਦੀਆਂ ਕਿਸਮਾਂ ਹੈਗੀਆਂ ਜੀ ਕਿਰਿਆ ਵਿਸ਼ੇਸ਼ਣ ਦੀਆਂ। ਕਿੰਨੀਆਂ ਕਿਸਮਾਂ ਹੈਗੀਆਂ? 8 ਕਿਸਮਾਂ ਹੈਗੀਆਂ। ਕਾਲਵਾਚਕ,
ਸਥਾਨਵਾਚਕ, ਪ੍ਰਕਾਰਵਾਚਕ, ਕਾਰਨਵਾਚਕ, ਪਰਿਮਾਣਵਾਚਕ, ਸੰਖਿਆਵਾਚਕ, ਨਿਰਣਾਵਾਚਕ ਔਰ ਨਿਸ਼ਚੇਵਾਚਕ। ਕਾਲਵਾਚਕ ਕਿਰਿਆ ਵਿਸ਼ੇਸ਼ਣ ਕੀ ਹੈਗੀ ਆ ਕਿ ਜਦੋਂ ਕਿਰਿਆ ਵਾਪਰਦੀ ਨਾ ਉਦੋਂ ਸਾਨੂੰ ਜਦੋਂ ਕਾਲ ਦਾ ਪਤਾ ਲੱਗੇ ਵੀ ਸਮੇਂ ਬਾਰੇ ਸਾਨੂੰ ਗਿਆਨ ਦਿੰਦੀ ਹੈ। ਜਦੋਂ ਕਿਰਿਆ ਵਾਪਰਦੀ ਆ ਤਾਂ ਜਦੋਂ ਸਾਨੂੰ ਸਮੇਂ ਦਾ ਬੋਧ ਹੋਵੇ ਹੈ ਨਾ, ਤਾਂ ਹੁਣੇ ਭਲਕ ਕੇ ਰਾਤੋਂ ਰਾਤ ਹਰ ਰੋਜ਼ ਕਦੇ ਕਦਾਈ, ਤਾਂ ਇਹ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੀਆਂ ਉਦਾਹਰਨਾਂ ਹੈਗੀਆਂ। ਸਥਾਨਵਾਚਕ ਜਦੋਂ ਸਾਨੂੰ ਇਸ ਚੀਜ਼ ਦਾ ਬੋਧ ਹੋਵੇ ਵੀ ਜਿਹੜੀ ਕਿਰਿਆ ਵਾਪਰੀ ਆ ਕਿਹੜੇ ਸਥਾਨ 'ਤੇ ਵਾਪਰੀ ਆ, ਤਾਂ ਉਹ ਜਿਹੜੀ ਹੈਗੀ ਆ ਕਿਰਿਆ ਬਣ ਜਾਂਦੀ ਆ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਜਿਵੇਂ ਦੇਖੋ ਘਰ, ਬਾਜ਼ਾਰ, ਇੱਧਰ, ਪਿੱਛੇ, ਸਾਹਮਣੇ, ਸੱਜਿਓਂ, ਖੱਬਿਓਂ, ਇਹ ਸਾਰੀਆਂ ਜਿਹੜੀਆਂ ਉਦਾਹਰਨਾਂ ਹੈਗੀਆਂ ਸਥਾਨਵਾਚਕ ਕਿਰਿਆ ਦੀਆਂ ਉਦਾਹਰਨਾਂ ਹੈਗੀਆਂ। 3 ਨੰਬਰ 'ਤੇ ਆ ਪ੍ਰਕਾਰਵਾਚਕ। ਦੇਖੋ ਜੀ ਹੁਣ ਕਿਰਿਆ ਤਾਂ ਵਾਪਰੀ ਪਰ ਉਹ ਕਿਹੜੇ ਢੰਗ ਨਾਲ ਵਾਪਰੀ ਆ, ਉਹਦਾ ਪ੍ਰਕਾਰ ਕੀ ਸੀ, ਉਹ ਕਿਸ ਕਿਸਮ ਦਾ ਸੀਗਾ ਹੈ ਨਾ। ਜਿਨ੍ਹਾਂ ਸ਼ਬਦਾਂ ਕਿਰਿਆ ਦੇ ਹੋਣ ਦਾ ਢੰਗ ਜਾਂ ਪ੍ਰਕਾਰ ਦਾ ਗਿਆਨ ਹੋਵੇ ਉਹਨਾਂ ਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਹੌਲੀ, ਛੇਤੀ, ਇਉਂ, ਤੂੰ ਇਉਂ ਕਰ ਬਈ, ਉਸ ਤਰ੍ਹਾਂ ਨਹੀਂ ਸਰਨਾ। ਤਾਂ ਇਹ ਜਿਹੜੇ ਹੈਗੇ ਆ ਸਾਡੇ ਜਿਹੜੇ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਹੈਗੇ। ਅੱਗੇ ਕਾਰਨਵਾਚਕ। ਹੁਣ ਜਦੋਂ ਕਿਰਿਆ ਵਾਪਰਦੀ ਆ ਕੋਈ ਵੀ ਹੈ ਨਾ, ਉਹਦਾ ਕਾਰਨ ਜਿਹੜੀ ਸਾਨੂੰ ਵਾਪਰਨ ਦਾ ਕਾਰਨ ਪਤਾ ਲੱਗੇ ਵੀ ਕਿਉਂ ਇਹ ਵਾਪਰੀ, ਤਾਂ ਇਸ ਤਰ੍ਹਾਂ ਦਾ ਜਦੋਂ ਸਾਨੂੰ ਬੋਧ ਹੁੰਦਾ ਵੀ ਕਿਰਿਆ ਕਿਉਂ ਵਾਪਰੀ, ਉਹਦਾ ਕਾਰਨ ਕੀ ਸੀ, ਤਾਂ ਉਹ ਉਸ ਲਈ ਜਿਹੜੇ ਸ਼ਬਦ ਵਰਤੇ ਜਾਂਦੇ ਆ ਉਹ ਹੁੰਦੇ ਆ ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਇਸ ਲਈ ਇਵੇਂ, ਕਿਉਂਕਿ ਉਹ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਸੀ ਹੈ ਨਾ, ਕਿਉਂਕਿ ਉਹ ਬਿਮਾਰ ਸੀ ਇਸ ਲਈ ਉਹ ਸਕੂਲ ਨਹੀਂ ਆਇਆ। ਤਾਂ ਹੀ ਤਾਂ ਮੈਂ ਉਸ ਨੂੰ ਬੁਲਾਉਂਦਾ ਨਹੀਂ ਕਿਉਂਕਿ ਉਸ ਵਿੱਚ ਬਹੁਤ ਆਕੜ ਹੈ। ਤਾਂ ਇਸ ਤਰ੍ਹਾਂ ਜਿਹੜੀ ਕਿਰਿਆ ਵਾਪਰ ਰਹੀ ਹੈ ਉਹਦੇ ਕਾਰਨ ਜਦੋਂ ਪ੍ਰਗਟ ਹੁੰਦੇ ਆ ਤਾਂ ਉਹ ਕਾਰਨ ਕਿਰਿਆਵਾਚਕ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਆ। ਪ੍ਰਮਾਣਵਾਚਕ ਜਿਨ੍ਹਾਂ ਸ਼ਬਦਾਂ ਕਿਰਿਆ ਦੀ ਮਿਣਤੀ, ਮਿਕਦਾਰ ਜਾਂ ਪ੍ਰਮਾਣ ਦਾ ਬੋਧ ਹੋਵੇ ਉਹਨਾਂ ਨੂੰ ਪ੍ਰਮਾਣਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਰਾ, ਬਹੁਤ, ਇੰਨਾ, ਜਿੰਨਾ, ਰਤਾ ਕੋ, ਇਹ ਸਾਰੇ ਆਦਿ ਜਿਹੜੇ ਹੈਗੇ ਪ੍ਰਮਾਣਵਾਚਕ ਕਿਰਿਆ ਵਿਸ਼ੇਸ਼ਣ ਦੀਆਂ ਉਦਾਹਰਨਾਂ। ਇਹਦੇ ਵਿੱਚ ਬਹੁਤ ਇੱਕ ਤੁਸੀਂ ਖਿਆਲ ਰੱਖਿਓ, ਇਹ ਪ੍ਰਮਾਣਵਾਚਕ ਸ਼ਬਦ ਜਿਹੜਾ ਹੈਗਾ ਇਹ ਪੜਨਾਮ ਦੇ ਵਿੱਚ ਵੀ ਆਇਆ ਹੈਗਾ ਹੈ ਨਾ, ਇਹਦੇ ਵਿੱਚ ਵੀ ਆਇਆ ਹੈਗਾ। ਔਰ ਪਿੱਛੇ ਆਪਾਂ ਪੜ੍ਹਿਆ ਹੈਗਾ ਸ਼ਾਇਦ, ਤਾਂ ਇਹ ਖਿਆਲ ਰੱਖਣਾ ਹੈ। ਥੋੜ੍ਹੇ ਬਹੁਤੇ ਡਿਫਰੈਂਸ ਨਾਲ ਹੀ ਇਹ ਹੈਗੇ ਆ। ਕਈ ਵਾਰੀ ਬੰਦਾ ਟਪਲਾ ਖਾ ਜਾਂਦਾ ਵੀ ਇਹ ਹੁਣ ਪੜਨਾਮ ਨਾਲ ਸੰਬੰਧ ਆ ਕਿ ਇਹਦਾ ਕਿਰਿਆ ਵਿਸ਼ੇਸ਼ਣ ਨਾਲ ਹੈਗਾ, ਇਸ ਲਈ ਤੇ ਉਦਾਹਰਨਾਂ ਨੂੰ ਚੰਗੀ ਤਰ੍ਹਾਂ ਖਿਆਲ 'ਚ ਰੱਖਣਾ। ਅੱਗੇ ਇਹ ਗੱਲ ਕਰਦੇ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਦੀ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਗਿਣਤੀ ਜਾਂ ਦੁਹਰਾ ਦਾ ਪਤਾ ਲੱਗੇ ਉਸ ਨੂੰ ਸੰਖਿਆਵਾਚਕ। ਇੱਥੇ ਵੀ ਉਹ ਨਿਊਮੈਰੀਕਲ ਵਾਲੀ ਗੱਲ ਆ ਗਈ ਹੈ ਨਾ, ਸੰਖਿਆ ਨਾਲ ਘੜੀ ਮੁੜੀ, ਦੁਬਾਰਾ, ਕਈ ਵਾਰ, 1-1, 2-2 ਹੈ ਨਾ, ਕਲਾਸ ਵਿੱਚ 1-1 ਕਰਕੇ ਆਓ, 2-2 ਜਣੇ ਬਾਹਰ ਖੇਡ ਕੇ ਆਓ। ਤਾਂ ਇਹ ਜਿਹੜੇ ਸ਼ਬਦ ਹੈਗੇ ਉਦਾਹਰਨਾਂ ਤੋਂ ਅਸੀਂ ਵੀ ਦਿਮਾਗ 'ਚ ਰੱਖਣੀਆਂ ਵੀ ਉਦਾਹਰਨਾਂ ਕੀ ਹੈਗੀਆਂ। ਸੰਖਿਆਵਾਚਕ ਵਿਸ਼ੇਸ਼ਣ ਤੋਂ ਬਾਅਦ ਅਸੀਂ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਦੀ ਗੱਲ ਕਰਾਂਗੇ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਨਿਰਣੇ ਪੂਰਵਕ ਗਿਆਨ ਹੋਵੇ, ਵੀ ਮਤਲਬ ਜਿਹੜਾ ਕੋਈ ਕੰਮ ਹੋਇਆ ਉਹਦਾ ਸਾਨੂੰ ਪੂਰਾ ਗਿਆਨ ਹੋਵੇ ਵੀ ਉਹ ਹਾਂ ਕਿ ਨਾ ਹੈ, ਹੋਇਆ ਕਿ ਨਹੀਂ ਹੋਇਆ, ਤਾਂ ਉਹਨੂੰ ਨਿਰਣੇਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ। ਜਿਵੇਂ ਜੀ ਹਾਂ ਹੈ ਨਾ, ਮੰਨ ਲਓ ਕਿਸੇ ਬੱਚੇ ਨੂੰ ਕਹਿੰਦੇ ਹਾਂ ਤੂੰ ਕੰਮ ਕੀਤਾ, ਉਹ ਕਹਿੰਦੇ ਹਾਂਜੀ ਮੈਂ ਕੀਤਾ, ਆਹੋ ਜੀ ਕੀਤਾ, ਚੰਗਾ ਜੀ, ਠੀਕ ਹੈ, ਅਤੇ ਆਦਿ ਇਹਦੀਆਂ ਉਦਾਹਰਨਾਂ ਹੈਗੀਆਂ ਨਿਰਣਾਵਾਚਕ ਦੀਆਂ। ਇਹ ਪੱਕਾ ਇਰਾਦਾ ਹੋਣਾ ਜਾਂ ਨਾ ਹੋਣਾ ਕਿਸੇ ਕੰਮ ਨੂੰ ਕਰਨ ਲੱਗੇ, ਜਦੋਂ ਸਾਨੂੰ ਇਸ ਗੱਲ ਦਾ ਬੋਧ ਹੁੰਦਾ ਤਾਂ ਉਹਨਾਂ ਸ਼ਬਦਾਂ ਨੂੰ ਕਿਰਿਆ ਦੇ ਵਿੱਚ ਕਿਹਾ ਜਾਂਦਾ ਕਿ ਨਿਰਣੇਵਾਚਕ ਕਿਰਿਆ ਵਿਸ਼ੇਸ਼ਣ। ਜੀ ਹਾਂ, ਆਹੋ ਜੀ, ਚੰਗਾ ਜੀ ਆਦਿ। ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਬੇਸ਼ੱਕ, ਬਿਲਕੁਲ, ਜ਼ਰੂਰ ਹੈ ਨਾ। ਆਪਾਂ ਨੂੰ ਕੋਈ ਕਹਿੰਦਾ ਯਾਰ ਮੇਰਾ ਕੰਮ ਕਰ ਦੇਗਾ, ਹਾਂ ਤੂੰ ਕਹਿੰਦਾ ਬੇਸ਼ੱਕ ਕਰ ਦਿਆਂਗੇ, ਬਿਲਕੁਲ ਜੀ ਗੱਲ ਹੀ ਕੋਈ ਨਹੀਂ ਹੈ ਨਾ, ਜ਼ਰੂਰ ਕਰਾਂਗੇ। ਤਾਂ ਇਸ ਤਰ੍ਹਾਂ ਨਿਸ਼ਚੇ, ਪੱਕਾ ਮਤਲਬ ਵਿਸ਼ਵਾਸ ਦੇ ਜਿਹੜੇ ਭਾਵ ਪ੍ਰਗਟ ਹੁੰਦੇ ਆ ਉਹਨਾਂ ਨੂੰ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਅਸੀਂ ਕਿਹਾ ਜਾਂਦਾ। ਇਸ ਤਰ੍ਹਾਂ ਸਾਡਾ ਇਹ ਨਾਮ ਪੜਨਾਂਵਰ ਕਿਰਿਆ ਵਿਸ਼ੇਸ਼ਣ ਵਾਲਾ ਚੈਪਟਰ ਪੂਰਾ ਹੋਇਆ। ਉਸ ਤੋਂ ਅਗਾਂਹ ਅਸੀਂ ਗੱਲ ਕਰਦੇ ਸੰਬੰਧਕ। ਜਿਹੜੇ ਸ਼ਬਦ ਵਾਕ ਵਿੱਚ ਨਾਮ, ਪੜਨਾਮ ਜਾਂ ਵਿਸ਼ੇਸ਼ਣ ਸ਼ਬਦਾਂ ਦਾ
ਜਿਹੜੇ ਸ਼ਬਦ ਵਾਕ ਵਿੱਚ ਨਾਮ, ਪੜਨਾਮ ਜਾਂ ਵਿਸ਼ੇਸ਼ਣ ਸ਼ਬਦਾਂ ਦਾ ਵਾਕ ਦੇ ਦੂਸਰੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਨ, ਉਹਨਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ। ਇਹ ਪੈਨ ਰਾਮ ਦਾ ਹੈ, ਹੈ ਨਾ। ਇਹ ਹੁਣ ਦੇਖੋ ਪੜਨਾਮ ਹੈ, ਪੈਨ ਜਿਹੜਾ ਹੈਗਾ ਨਾਮ ਹੈ, ਰਾਮ ਵੀ ਨਾਮ ਹੈ, ਔਰ ਦਾ ਕੀ ਹੋ ਗਿਆ, ਸੰਬੰਧਕ ਹੋ ਗਿਆ। ਧੰਨੇ ਦੀ ਮੱਝ ਕਾਲੇ ਰੰਗ ਦੀ ਹੈ। ਧੰਨੇ ਕੀ ਹੈਗਾ, ਇਹ ਇੱਕ ਸਾਡਾ ਇਹ ਵੀ ਨਾਮ ਦੀ ਕਿਸਮ ਹੈ, ਮੱਝ ਵੀ ਨਾਮ ਹੈ, ਕਾਲੇ ਰੰਗ ਦੀ, ਹੈ ਨਾ। ਕਾਲੇ ਕਾਲੇ ਮਤਲਬ ਵਿਸ਼ੇਸ਼ਣ ਹੋ ਗਿਆ, ਰੰਗ ਵੀ ਸਾਡਾ ਨਾਮ ਹੋ ਗਿਆ। ਤਾਂ ਧੰਨੇ ਦੀ, ਤਾਂ ਦੀ ਸ਼ਬਦ ਜਿਹੜਾ ਹੈਗਾ ਇੱਥੇ ਸਾਡੇ ਨਾਲ ਕਰਦਾ ਸੰਬੰਧਕ ਦਾ ਕੰਮ। ਗਾਇਤਰੀ ਕੋਲ ਇੱਕ ਕੈਮਰਾ ਹੈ। ਗਾਇਤਰੀ ਨਾਮ ਹੈ ਨਾ, ਕੋਲ ਸੰਬੰਧਕ ਹੋ ਗਿਆ। ਇੱਕ ਕੈਮਰਾ ਹੈ, ਕੈਮਰਾ ਨਾਮ ਹੈ। ਗੀਤਾ ਦੇ ਵਾਲ ਬਹੁਤ ਲੰਬੇ ਹਨ। ਅਤੇ ਇਹਦੇ ਵਿੱਚ ਦਾ, ਦੀ, ਕੋਲ, ਇਹ ਜਿਹੜੇ ਸਾਰੇ ਸ਼ਬਦ ਹੈਗੇ ਆ ਸੰਬੰਧਕ ਹਨ। ਅਤੇ ਇਸ ਤਰ੍ਹਾਂ ਕੁਝ ਹੋਰ ਸੰਬੰਧਕ ਹੁੰਦੇ ਆ, ਨਾਲ, ਤੋਂ, ਉੱਪਰ, ਤੱਕ, ਤੋੜੀ, ਤਾਈਂ, ਵਿੱਚ, ਹੇਠਾਂ, ਨੇੜੇ, ਕੋਲ, ਸਹਿਤ, ਪਾਸ, ਦੂਰ, ਸਾਹਮਣੇ, ਪਰੇ, ਬਿਨਾਂ, ਲਈ, ਵੱਲ, ਰਾਹੀਂ ਆਦਿ ਜਿਹੜੇ ਸੰਬੰਧਕ ਹੁੰਦੇ ਹਨ। ਸੰਬੰਧਕ ਅੱਗੋਂ ਸਾਡੇ ਕੋਲ ਦੋ ਕਿਸਮਾਂ ਦੇ ਆ, ਇੱਕ ਪੂਰਨ ਸੰਬੰਧਕ ਹੁੰਦੇ ਆ, ਇੱਕ ਅਪੂਰਨ ਸੰਬੰਧਕ ਹੁੰਦੇ ਆ। ਪੂਰਨ ਸੰਬੰਧਕ ਕਿਹੜੇ ਹੁੰਦੇ ਆ, ਜਿਹੜੇ ਸ਼ਬਦ ਇਕੱਲੇ ਹੀ ਸੰਬੰਧਕ ਦਾ ਕੰਮ ਕਰਨ, ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ। ਰਾਜੂ ਦਾ ਬੈਟ ਵਧੀਆ ਹੈ, ਕੱਲ੍ਹ ਭਾਰਤ ਦਾ ਮੈਚ ਪਾਕਿਸਤਾਨ ਨਾਲ ਹੈ। ਤਾਂ ਇਹਨਾਂ ਦੋਨਾਂ ਵਾਕਾਂ ਦੇ ਵਿੱਚ ਦਾ ਔਰ ਨਾਲ ਜਿਹੜੇ ਸ਼ਬਦ ਹੈਗੇ ਸੰਬੰਧਕ ਆ। ਅਪੂਰਨ ਸੰਬੰਧਕ ਕਿਹੜੇ, ਜਿਹੜੇ ਸ਼ਬਦ ਇਕੱਲੇ ਸੰਬੰਧਕ ਦਾ ਕੰਮ ਨਾ ਕਰ ਸਕਣ ਅਤੇ ਪੂਰਨ ਸੰਬੰਧਕ ਨਾਲ ਮਿਲ ਕੇ ਸੰਬੰਧਕ ਬਣਨ। ਜਿਹੜੇ ਸੰਬੰਧਕ ਸ਼ਬਦ ਇਕੱਲੇ ਸੰਬੰਧਕ ਦਾ ਕੰਮ ਨਹੀਂ ਕਰਦੇ ਪਰ ਪੂਰਨ ਸੰਬੰਧਕ ਨਾਲ ਰਲ ਕੇ ਸੰਬੰਧਕ ਬਣਦੇ ਆ, ਤਾਂ ਉਹਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ। ਜਿਵੇਂ ਮੇਰਾ ਘਰ ਰਾਜੂ ਦੇ ਕੋਲ ਹੈ, ਹੈ ਨਾ। ਜੇ ਆਪਾਂ ਕਹਿੰਦੇ ਮੇਰਾ ਘਰ ਰਾਜੂ ਦੇ ਘਰ ਹੈ, ਤਾਂ ਉਹਦੀ ਵਾਕ ਦਾ ਕੋਈ ਤੁਕ ਹੀ ਨਹੀਂ ਬਣਨੀ ਸੀਗੀ। ਤਾਂ ਇਸ ਲਈ ਉਹਨਾਂ ਨੇ ਕੋਲ ਸ਼ਬਦ ਐਡ ਕੀਤਾ। ਤੁਹਾਡੀ ਸੀਟ ਮੇਰੇ ਤੋਂ ਪਰੇ ਹੈ, ਜੇ ਆਪਾਂ ਕਹਿੰਦੇ ਤੁਹਾਡੀ ਸੀਟ ਮੇਰੇ ਤੋਂ ਪਰੇ ਹੈ, ਤਾਂ ਇਹ ਵੀ ਕੋਈ ਵਾਕ ਨਹੀਂ ਬਣਨਾ ਸੀ। ਇਸ ਲਈ ਇਹਦੇ ਵਿੱਚ ਕੋਲ ਅਤੇ ਪਰੇ ਸ਼ਬਦ ਜਿਹੜੇ ਅਸੀਂ ਲਾਏ ਆ, ਇਹ ਪੂਰਨ ਸੰਬੰਧਕ ਆ, ਕਿਉਂਕਿ ਇਹ ਪੂਰਨ ਸ਼ਬਦਾਂ ਦੇ ਨਾਲ ਮਿਲ ਕੇ ਹੀ, ਪੂਰਨ ਸੰਬੰਧਕਾਂ ਨਾਲ ਮਿਲ ਕੇ ਹੀ ਇੱਕ ਇਹਨਾਂ ਦੀ ਜਿਹੜੀ ਹੋਂਦ ਆ ਉਹ ਸਾਰਥਕ ਹੁੰਦੀ ਹੈ। ਜੇ ਸੰਬੰਧਕ ਨਾ ਹੋਣ ਤਾਂ ਵਾਕਾਂ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਜਿਵੇਂ ਹੁਣ ਮੈਂ ਦੱਸਿਆ ਹੀ ਹੈ, ਇਹ ਪੈਨ ਰਾਮ ਦਾ ਹੈ ਦੀ ਥਾਂ ਇਹ ਲਿਖਦੇ ਇਹ ਪੈਨ ਰਾਮ ਹੈ, ਤਾਂ ਕੀ ਗੱਲ ਬਣੀ, ਉਹ ਗੱਲ ਹੀ ਨਹੀਂ ਬਣਨੀ ਸੀ। ਇਸ ਲਈ ਸੰਬੰਧਕ ਦੋ ਕਿਸਮ ਦੇ ਤੁਸੀਂ ਯਾਦ ਰੱਖਣੇ ਆ, ਇੱਕ ਪੂਰਨ ਸੰਬੰਧਕ, ਇੱਕ ਅਪੂਰਨ ਸੰਬੰਧਕ। ਇਸ ਦੇ ਨਾਲ ਆਪਣਾ ਜਿਹੜਾ ਚੈਪਟਰ ਇਹ ਪੂਰਾ ਹੁੰਦਾ ਹੈਗਾ। ਤੁਹਾਡੇ ਲਈ ਅੱਗੇ ਤੋਂ ਨਵੀਂ ਵੀਡੀਓ ਲੈ ਕੇ ਆਵਾਂਗੇ ਵਿਆਕਰਨ ਦੇ ਸੰਬੰਧ ਦੇ ਵਿੱਚ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ, ਔਰ ਮੇਰਾ ਚੈਨਲ YouTube ਚੈਨਲ ਹੀਰਾ ਸਿੰਘ ਤੂਤ ਦੇ ਨਾਂ 'ਤੇ ਚੱਲ ਰਿਹਾ, ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਅੱਛਾ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ। ਧੰਨਵਾਦ, ਸ਼ੁਕਰੀਆ, ਮਿਹਰਬਾਨੀ।